पंकज बंदन पाद पंकज बंदन सिमरो अंगद दुख निकंदन। गुरु अमरदास जी हृदय नित त्यावों, हृदय नित त्यावों। श्री गुरु रामदास गुण गावों। श्री अर्जन बिघ्नन के नाशक, बिघ्नन के नाशक। हर गोबिंद शुभ सुमत पर काशक। श्री हर राय जी नमो कर जोरी, नमो। श्री हर कृष्ण मनावों बहोरी। गुरु तेग बहादुर साहेब परम किरपाला जी, परम किरपाला। श्री गुरु गोबिंद सिंह विशाला। धरों धरा पर पुन पुन सीसा जी, पुन बंदों बार बार जगदीसा। जा मैं अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु ते प्रसाद। वाहिगुरु जी की फतेह है, बिघ्न बिनाशन सोए। वाहिगुरु जी की फतेह है, विघ्न बिनाशन सोए। जय डिठे मन तेरी है, किल विख वंजन सो क्यों विसरै माओ मैं। जो रहया भरपूरे सो क्यों विसरै माओ मैं। जो रहया भरपूरे। सतनाम श्री वाहिगुरु साहिब जी। चित्त की वृत्त एक रस तैसे, निजानंद मह पूरब जैसे। तन पीरा ते डिगी न सोई, मेर हिलाए ना जिम नर कोई। परम सन्मान आवर साहिब कमाल बारगहे इनायत के मालक, कलयुगी जीवों के उद्धार करता, साहिबे सहाबा जोत रूप हर आप। महिमा दे मालक धन धन गुरु पिता श्री गुरुदेव गुरु ग्रंथ साहिब जी दे महान बरपतमई इनायतमई श्री चरण कमलों च विराजमान गुरु प्यारी साध संगत। गुरुदेव जी की महान इनायत का सदका साढ़े सारियां दे सिर ते मेहरमतमई रखे हथ का सदका जीवन का अज का दिन भी प्राप्त होया।
ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਮਿਹਰਮਤ ਕਰਦਿਆਂ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਮੁਕੱਦਸ ਦੀਦਾਰ ਕਰਦਿਆਂ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੀ ਮਿਹਰ ਸਦਕਾ ਸੋਦਰ ਚੌਂਕੀ ਦੇ ਗਾਇਨ, ਫਿਰ ਹਰ ਕੀਰਤ ਹਮਰੀ ਰਹਿ ਰਾਜ ਸਾਹਿਬ ਜੀ ਕੇ ਪਾਠ, ਆਰਤੀ ਆਰਤਾ ਅਰਦਾਸਾਂ ਬੇਨਤੀਆਂ, ਫਿਰ ਮਹਾਰਾਜ ਦੇ ਹੁਕਮਨਾਮੇ ਆਪਨੇ ਝੋਲੀ 'ਚ ਪਵਾਏ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਲਾਸਾਨੀ ਸ਼ਹੀਦੀ ਦਿਹਾੜਾ ਸਾਰੇ ਵਿਸ਼ਵ ਵਿੱਚ ਗੁਰੂ ਅਸਥਾਨਾਂ 'ਤੇ ਸੰਕੇਤਕ ਰੂਪ ਵਿੱਚ ਮਨਾਇਆ ਗਿਆ। ਲੋਕਡਾਊਨ ਦੇ ਚੱਲਦਿਆਂ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਬਹੁਤ ਸਵਾਈਆਂ ਹੀ ਸੰਗਤਾਂ ਨੇ ਭਰੀਆਂ ਹਨ, ਪਰ ਆਪਣੇ ਘਰਾਂ ਵਿੱਚ ਸਭ ਸੰਗਤਾਂ ਨਾਮ ਸਿਮਰਨ ਨਾਲ, ਬਾਣੀ ਨਾਲ ਔਰ ਸਮਾਗਮਾਂ ਨਾਲ ਜੁੜੀਆਂ ਰਹੀਆਂ। ਸਤਿਗੁਰੂ ਜੀ ਦਾ ਮਹਾਂ ਜਸ ਸਰਵਣ ਕਰਦਿਆਂ ਕੱਲ੍ਹ ਤੱਕ ਇਤਨਾ ਆਪਣੇ ਸਰਵਣ ਕੀਤਾ ਕਿ ਭਾਵੇਂ ਭਿਆਨਕ ਤਸੀਹੇ ਦਿੱਤੇ ਗਏ ਨੇ, ਦੇਗ ਵਿੱਚ ਵੀ ਉਬਾਲਿਆ ਗਿਆ, ਪੁੱਜਦੀ ਹੋਈ ਸੜਦੀ ਹੋਈ ਰੇਤ ਵਿੱਚ ਵੀ ਬਿਠਾਇਆ ਅਤੇ ਸੀਸ ਵਿੱਚ ਵੀ ਪਾਈ। ਫਿਰ ਭਿਆਨਕ ਸੁਰਖ ਲਾਲ ਹੋਈ ਅੱਗ ਸਮਾਨ ਲੋਹ 'ਤੇ ਬਿਠਾਇਆ ਗਿਆ, ਪਰ ਮਹਾਰਾਜ ਜੀ ਭੀੜ ਪਈ ਚੇਤਾਵਰ ਨਾ ਆਣੀ। ਮਜ਼ਾਲ ਹੈ ਕੋਈ ਚਿਦ ਕਿਧਰੇ ਗਿਆ ਹੋਵੇ, ਪਾਰ ਬ੍ਰਹਮ ਪਰਮੇਸ਼ਰ ਜੋਤ ਹਨ। ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਪਾਰਾ। ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖਿਆ ਹਰ। ਉਹਨਾਂ ਦੀ ਚਿੱਤ ਦੀ ਬਿਰਤੀ ਇੱਕ ਰਸ ਬਣੀ ਰਹੀ। ਇਤਨਾ ਆਪਣੇ ਸਰਵਣ ਕੀਤਾ, ਨਿਜ ਆਤਮਾ ਆਨੰਦ ਵਿੱਚ ਪਹਿਲਾਂ ਦੀ ਤਰ੍ਹਾਂ ਉਹ ਜੁੜੇ ਰਹੇ, ਔਰ ਇਸ ਢੰਗ ਦੇ ਨਾਲ ਪੀਰਾ 'ਤੇ ਡਿੱਗੀ ਨਾ ਸੋਈ। ਉਹ ਬਿਰਤੀ, ਉਹ ਮਹਾਨ ਅਵਸਥਾ ਇਤਨੀ ਕਸ਼ਟ ਪੀੜਾ ਕਰਕੇ ਵੀ ਥੱਲੇ ਸੁਰਤ ਨਹੀਂ ਆਈ, ਨਾਮ ਨਾਲ ਜੁੜੀ ਰਹੀ। ਮੇਰ ਹਿਲਾਏ ਨਾ ਜਿਮ ਨਰ ਕੋਈ, ਜਿਸ ਤਰ੍ਹਾਂ ਸੁਮੇਰ ਪਰਬਤ ਨੂੰ ਕੋਈ ਮਨੁੱਖ ਹਿਲਾ ਨਹੀਂ ਸਕਦਾ, ਇਸ ਤਰ੍ਹਾਂ ਸਾਹਿਬ ਜੀ ਦੀ ਅਡੋਲ ਅਵਸਥਾ ਨੂੰ ਦੀਵਾਨ ਚੰਦੂ ਜਹਾਂਗੀਰ ਪਾਣੀ ਦੇ ਉਬਾਲੇ, ਰੇਤ ਦੀਆਂ ਲਪਟਾਂ ਔਰ ਲੋਹ ਦਾ ਸਾੜਾ ਹਿਲਾ ਨਹੀਂ ਸਕਿਆ। ਅਗਲੀ ਕਥਾ ਸਰਵਣ ਕਰੀਏ ਪੇਸ਼ਤਰ, ਦੋਹਾਂ ਹੱਥਾਂ ਨੂੰ ਜੋੜਦਿਆਂ ਹੋਇਆਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਚੁੰਮਦਿਆਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਸਨ ਸਨ ਰਾਵੀ ਕੇ ਤੀਰ। ਹੌਲੀ ਹੌਲੀ ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪ੍ਰਾਣਾ ਜੀ, ਭਾਈ ਬਿਧੀ ਚੰਦ ਜੀ, ਭਾਈ ਪੈੜਾ ਜੀ, ਇਹ 5 ਸਿੱਖ ਮਹਾਰਾਜ ਜੀ ਦੇ ਨਾਲ ਸਨ। ਇਹਨਾਂ ਦੇ ਮੋਢਿਆਂ ਦਾ ਸਹਾਰਾ ਲੈਂਦੇ ਹੋਏ ਆਪ ਹੌਲੀ ਹੌਲੀ ਦਰਿਆ ਦੇ ਕਿਨਾਰੇ ਆ ਪਹੁੰਚੇ ਹਨ। ਪਹੁੰਚੇ ਛੂਓ ਨੀਰ ਬੜ ਸੀਰ। ਔਰ ਇਸ ਤਰ੍ਹਾਂ ਦੇ ਨਾਲ ਜਦ ਆ ਪਹੁੰਚੇ ਨੇ ਤਾਂ ਰਾਵੀ ਦਾ ਜਲ ਉਹਨਾਂ ਦੇ ਤਨ ਨੂੰ ਛੋਹਿਆ। ਬੜਾ ਠੰਡਾ ਜਲ ਹੈ। ਮਹਾਰਾਜ ਜੀ ਦੇ ਚਰਨ ਚੁੰਮੇ ਰਾਵੀ ਦੀਆਂ ਲਹਿਰਾਂ ਨੇ ਔਰ ਠੰਡਕ ਪਹੁੰਚਾਈ। ਮਾਨੋ ਉਸ ਵੇਲੇ ਦਰਿਆ ਰਾਵੀ ਵੀ ਰੋ ਪਿਆ ਸੀ ਮਹਾਰਾਜ ਦੇ ਸਰੀਰ ਦੀ ਹਾਲਤ ਦੇਖ ਕੇ।
ਉਹ ਪਾਣੀ ਨਾਲ ਨਹੀਂ ਭਰਿਆ ਹੋਇਆ ਸੀ, ਮਾਨੋ ਦਰਿਆ ਆਪਣੇ ਹੰਝੂਆਂ ਨਾਲ ਭਰਿਆ ਹੋਇਆ ਸੀ। ਮਹਾਰਾਜ ਜੀ ਦੇ ਚਰਨ ਚੁੰਮੇ, ਸਵਾਗਤ ਕੀਤਾ, ਆਖਿਆ ਮੇਰਾ ਸੁਭਾਗ ਵਡਭਾਗ ਕਿ ਤੁਸੀਂ ਆਏ। ਉਹ ਸੀਤਲ ਜਲ, ਸੀਤਲਤਾ ਪ੍ਰਦਾਨ ਕਰਨ ਵਾਸਤੇ ਮਹਾਰਾਜ ਜੀ ਦੇ ਮੁਬਾਰਕ ਤਨ ਨਾਲ ਸੋਇਆ ਹੈ। ਕਰ ਪੰਕਜ ਤੇ ਮੁਖ ਅਰਬਿੰਦ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਹਸਤ ਕਮਲਾਂ ਨਾਲ ਮੁਖਾਰ ਬਿੰਦ ਤੇ ਜਲ ਦੇ ਛੱਟੇ ਮਾਰੇ। ਅੱਜ 5 ਦਿਨਾਂ ਬਾਅਦ ਉਹਨਾਂ ਨੂੰ ਇਸ਼ਨਾਨ ਦਾ ਮੌਕਾ ਬਣਿਆ। 5 ਦਿਨ ਇਤਨੀ ਭਿਆਨਕ ਗਰਮੀ ਵਿੱਚ, ਉਬਾਲਿਆਂ ਵਿੱਚ, ਰੋਲ ਰੇਤ ਦੀਆਂ ਲਪਟਾਂ ਵਿੱਚ ਤੇ ਲੋਹ ਦੇ ਸਾੜੇ ਵਿੱਚ ਨਿਕਲੇ ਹਨ, ਤੇ 5ਵੇਂ ਦਿਨ ਅੱਜ ਇਸ਼ਨਾਨ ਦਾ ਮੌਕਾ ਬਣਿਆ ਹੈ। ਕਰ ਉਪਖਾਰਨ ਧੀਰ ਮੁਕੰਦ। ਧੀਰਜ ਦੇ ਮਹਾਨ ਦਾਤੇ ਨੇ ਬੜੀ ਧੀਰਜ ਨਾਲ, ਮੁਕਤੀ ਦੇ ਦਾਤੇ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਆਪ ਜਲ ਦਾ ਬੁੱਕ ਭਰ ਕੇ ਆਪਣੇ ਚਿਹਰੇ ਤੇ ਉਹਨਾਂ ਨੇ ਪਾਇਆ ਹੈ। ਬ੍ਰਿੰਦ ਚੂਰੇ ਕਰ ਮੁਖ ਸਿਤ ਲਾਇਓ। ਔਰ ਇਸ ਤਰ੍ਹਾਂ ਦੇ ਨਾਲ ਫਿਰ ਚੁਲਾ ਕੀਤਾ ਤੇ ਮੁਖੜਾ ਮਾਨੋ ਅੰਦਰੋਂ ਵੀ ਠੰਡਾ ਹੋਇਆ। ਇਹ ਦੇਖਣ ਵਾਲੇ ਲਿਖਣ ਵਾਲੇ ਕਹਿ ਸਕਦੇ ਨੇ ਬਈ ਹੁਣ ਠੰਡਾ ਹੋਇਆ, ਪਰ ਮਹਾਰਾਜ ਅੰਦਰੋਂ ਤਾਂ ਪਹਿਲੇ ਹੀ ਠੰਡੇ ਠਾਰ ਆ। ਪਹਿਲਾਂ ਹੀ ਯਖ ਸੁਭਾਅ ਦੇ ਮਾਲਕ ਹਨ। ਮਹਾ ਉਸਨਤਾ ਜੋ ਤਪਤਾਇਓ। ਜਿਹੜਾ ਵੱਡੀ ਗਰਮੀ ਨਾਲ, ਤਪਸ ਨਾਲ ਸਰੀਰ ਤਪਿਆ ਹੋਇਆ ਸੀ। ਗਹਿ ਪਦ ਪਦਮ ਲੰਗਾਹ ਪਖਾਰੇ। ਭਾਈ ਲੰਗਾ ਜੀ ਨੇ ਵੀ ਮਹਾਰਾਜ ਜੀ ਦੇ ਚਰਨਾਂ ਨੂੰ ਪਖਾਰਿਆ, ਭਾਵ ਚਰਨਾਂ ਨੂੰ ਧੋਣਾ ਕੀਤਾ। ਪਰ ਵਿਸੇ ਜਲ ਮਹਿ ਮੱਜਨ ਤਾਰੇ। ਔਰ ਇਸ ਤਰ੍ਹਾਂ ਦੇ ਨਾਲ ਫਿਰ ਮਹਾਰਾਜ ਕਿਨਾਰੇ ਤੋਂ ਰਾਵੀ ਦਰਿਆ ਦੀਆਂ ਲਹਿਰਾਂ ਦੇ ਵਿੱਚ ਥੋੜਾ ਅੰਦਰ ਆ ਗਏ ਇਸ਼ਨਾਨ ਕਰਨ ਵਾਸਤੇ। ਵਹਿਰ ਨਿਕਾਸ ਪਟ ਸੁਸਕ ਲਿਓ ਹੈ। ਔਰ ਇਸ ਤਰ੍ਹਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ। ਫਿਰ ਬਾਹਰ ਨਿਕਲ ਕੇ ਉਹਨਾਂ ਨੇ ਖੁਸ਼ਕ ਕੱਪੜਾ ਆਪਣੇ ਸਰੀਰ ਤੇ ਲਪੇਟਿਆ ਹੈ, ਚਾਦਰ ਆਦਿਕ ਜੋ ਸੀ। ਦੇਹ ਅਛਾਤਨ ਪੁਨਹ ਕੀਓ ਹੈ। ਤੇ ਫਿਰ ਸਾਰਾ ਸਰੀਰ ਉਹਨਾਂ ਨੇ ਆਪਣਾ ਢੱਕ ਲਿਆ। ਇਸ਼ਨਾਨ ਕਰਨ ਤੋਂ ਬਾਅਦ ਜੋ ਚਾਦਰ ਆਦਿਕ ਸੀ ਉਸ ਨਾਲ ਸਰੀਰ ਢੱਕਿਆ ਹੈ। ਜਪ ਜੀ ਪਾਠ ਕਰਤ ਉਰ ਪ੍ਰੇਮਾ। ਔਰ ਇਸ ਤਰ੍ਹਾਂ ਬੜੇ ਪ੍ਰੇਮ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਹਿਰਦੇ ਤੋਂ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਜਪਜੀ ਸਾਹਿਬ ਐਸੀ ਬਾਣੀ ਹੈ, ਸਭ ਜਗ੍ਹਾ ਇਸ ਨੂੰ ਪਹਿਲ ਮਿਲੀ ਹੋਈ। ਜੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਮਹਾਰਾਜ ਨੇ ਕੰਪੋਜ਼ ਕੀਤੀਆਂ, ਉਹਨਾਂ 'ਚ ਪਹਿਲਾ ਸਥਾਨ ਜਪਜੀ ਸਾਹਿਬ। ਨਿਤਨੇਮ ਦੀਆਂ ਮਹਾਰਾਜ ਨੇ ਕੰਪੋਜੀਸ਼ਨ ਕੀਤੀਆਂ, ਪਹਿਲਾ ਸਥਾਨ ਜਪਜੀ ਸਾਹਿਬ। ਫਿਰ ਮੈਂ ਅਰਜ਼ ਕਰਾਂ ਇਸ ਢੰਗ ਦੇ ਨਾਲ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿੱਚ ਜਪਜੀ ਸਾਹਿਬ ਪਹਿਲੇ ਨੰਬਰ ਤੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋਈ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਉਦਮ ਸਦਕਾ, ਭਾਵੇਂ ਸਾਰੀ ਬਾਣੀ ਅੰਮ੍ਰਿਤ ਹੈ, ਇੱਕ ਬਚਨ ਵੀ ਐਸਾ ਨਹੀਂ ਹੈ ਜਿਹਨੂੰ ਕਹੀਏ ਕਿ ਘੱਟ ਹੈ, ਕਿਹਾ ਨਹੀਂ ਜਾ ਸਕਦਾ। ਕੋਈ ਵੀ ਬਾਣੀ ਅੱਗੇ ਰੱਖੀ ਜਾ ਸਕਦੀ ਹੈ, ਪਰ ਮਹਾਰਾਜ ਜੀ ਨੇ ਇੱਥੇ ਵੀ ਸ੍ਰੀ ਜਪਜੀ ਸਾਹਿਬ ਨੂੰ ਸਭ ਤੋਂ ਪਹਿਲਾਂ ਦਰਜ ਕੀਤਾ। ਬੜੇ ਮਹਾਂਪੁਰਖ ਜਪਜੀ ਸਾਹਿਬ ਦਾ ਹੀ ਪਾਠ ਕਰਦੇ ਨੇ ਸਾਰਾ ਦਿਨ, ਗਿਣਤੀ ਮਿਣਤੀ ਨਹੀਂ ਹੁੰਦੀ। ਸੈਂਕੜਿਆਂ ਦੀ ਗਿਣਤੀ ਵਿੱਚ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ। ਜਪਜੀ ਸਾਹਿਬ ਦੀ ਵਡਿਆਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਕਰਤਾਰਪੁਰੇ ਜਦ ਚੋਲਾ ਬਦਲਿਆ ਤਾਂ ਉਸ ਵੇਲੇ ਉਹਨਾਂ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਇਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਸਰੀਰ ਤਿਆਗਣ ਦਾ ਮਨ ਬਣਾਇਆ ਹੋਇਆ,
ਤੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਹੈ। ਜੋ ਸਿੱਖਨ ਕੀ ਠਾਨਤ ਛੇਮਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਪਜੀ ਸਾਹਿਬ ਜੀ ਦਾ ਮਹੱਤਵ ਵੀ ਦੱਸਦੇ। ਕਹਿੰਦੇ ਨੇ ਜਿਹੜੇ ਸਿੱਖ ਜਪਜੀ ਸਾਹਿਬ ਜੀ ਦਾ ਪ੍ਰੇਮ ਨਾਲ ਪਾਠ ਕਰਦੇ, ਪ੍ਰੇਮ ਨਾਲ ਪੜ੍ਹਦੇ ਨੇ, ਧਿਆਨ ਨਾਲ ਪੜ੍ਹਦੇ ਨੇ, ਉਹਨਾਂ ਨੂੰ ਖੇਮ ਖੁਸ਼ੀਆਂ ਤੇ ਹਰ ਤਰ੍ਹਾਂ ਦੀਆਂ ਬਰਕਤਾਂ ਜਪਜੀ ਸਾਹਿਬ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ ਹੈ ਔਰ ਹਰ ਤਰ੍ਹਾਂ ਨਾਲ ਮੁਕਤ ਕਰਦਾ ਹੈ। ਹੁਣ ਪੰਚੋ ਸਿੱਖ ਕੀ ਨ ਸਨਾਨੇ। ਫਿਰ ਇਹਨਾਂ ਪੰਜਾਂ ਸਿੱਖਾਂ ਨੇ ਵੀ, ਜਿਨ੍ਹਾਂ 'ਚ ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਬਿਧੀ ਚੰਦ ਜੀ, ਭਾਈ ਲੰਗਾਹ ਜੀ ਅਤੇ ਭਾਈ ਪਿਰਾਣਾ ਜੀ, ਇਹਨਾਂ ਨੇ ਵੀ ਇਸ਼ਨਾਨ ਕੀਤਾ ਹੈ। ਗੁਰਬਾਣੀ ਕੋ ਪਾਠ ਬਖਾਨੇ। ਔਰ ਸਾਰੇ ਮਿਲ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਲੱਗ ਪਏ ਹਨ। ਮਹਾਰਾਜ ਜੀ ਵੀ ਕਰ ਰਹੇ ਨੇ, ਇਹ ਵੀ ਆਪਣੇ ਅੰਦਰ ਕਰ ਰਹੇ ਨੇ, ਨਾਲੇ ਸੁਣ ਰਹੇ ਹਨ। ਖਰੇ ਪਏ ਸਤਿਗੁਰ ਪਰਵਾਰ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਦੁਆਲੇ ਦੁਆਲੇ ਪੰਜੇ ਹੀ ਸਿੱਖ ਖੜੇ ਹੋ ਗਏ ਹਨ। ਜਪ ਜੀ ਪਾਠ ਸੁਣਿਓ ਨਿਰਧਾਰ। ਤੇ ਜਪਜੀ ਸਾਹਿਬ ਜੀ ਦਾ ਪਾਠ ਬੜੇ ਪ੍ਰੇਮ ਨਾਲ ਇਹਨਾਂ ਨੇ ਸਾਰਾ ਸਰਵਣ ਕੀਤਾ ਹੈ। ਭੋਗ ਪਾਏ ਕਰ ਸੀਸ ਨਿਵਾਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕਹਿ ਕੇ ਸਾਹਿਬ ਜੀ ਨੇ ਸੀਸ ਝੁਕਾਇਆ ਤੇ ਸਿੱਖਾਂ ਨੇ ਵੀ ਸੀਸ ਝੁਕਾਇਆ। ਪੁਨ ਸਿੱਖਨ ਸਨ ਬਾਕ ਅਲਾਇਓ। ਤੇ ਫਿਰ ਮਹਾਰਾਜ ਜੀ ਨੇ ਬੜੇ ਪ੍ਰੇਮ ਸਹਿਤ, ਬੜੇ ਧੀਰਜ ਵਿੱਚ ਇਹਨਾਂ ਪੰਜਾਂ ਹੀ ਸਿੱਖਾਂ ਨੂੰ ਇਹ ਬਚਨ ਆਖੇ ਹਨ। ਅਬ ਹਮ ਚਹਿ ਪਰਲੋਕ ਪਿਆਨਾ। ਕਹਿਣ ਲੱਗੇ ਹੁਣ ਗੁਰਸਿੱਖੋ ਅਸੀਂ ਪਰਲੋਕ ਗਮਨ ਕਰਨ ਲੱਗੇ। ਇਹ ਸੁਣਦਿਆਂ ਸਾਰ ਇਹਨਾਂ ਪੰਜਾਂ ਸਿੱਖਾਂ ਦੇ ਹਿਰਦੇ ਵਿੱਚ ਮਾਨੋ ਇੱਕ ਤਰ੍ਹਾਂ ਨਾਲ ਹੂਕ ਉੱਠ ਪਈ, ਬਈ ਇਹ ਕਿਵੇਂ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਬਿਨਾਂ ਰਹਿ ਨਹੀਂ ਸਕਦੇ। ਮਹਾਰਾਜ ਜੀ ਦੇ ਪਾਵਨ ਬਚਨ ਵੀ ਹਨ ਕਿ ਜਿਵੇਂ ਪਾਣੀ ਤੋਂ ਬਗੈਰ ਮਛਲੀ ਨਹੀਂ ਰਹਿ ਸਕਦੀ, ਇਸ ਤਰ੍ਹਾਂ ਸਿੱਖ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਇਸ ਤਰ੍ਹਾਂ ਸਿੱਖ ਵਾਸਤੇ ਸਭ ਤੋਂ ਵੱਡਾ ਦੁੱਖ ਇਹੀ। ਆਪ ਅਗਰ ਪੁੱਛੋ ਨਾ ਬਈ ਮੇਰਾ ਸਭ ਤੋਂ ਜ਼ਿਆਦਾ ਦੁੱਖ ਭਰਿਆ ਦਿਨ ਕਿਹੜਾ ਹੋਏਗਾ, ਜਿਸ ਦਿਨ ਕੋਈ ਕੰਮਕਾਰ ਨਹੀਂ ਚੱਲੇਗਾ, ਸਾਰੀਆਂ ਰੁਕਾਵਟਾਂ ਪੈਣਗੀਆਂ, ਤੇ ਮੈਂ ਜੋਤਸ਼ੀ ਨਹੀਂ ਹਾਂ ਤੇ ਨਾ ਮੈਂ ਜੋਤਿਸ਼ ਤੇ ਕੋਈ ਭਰੋਸਾ ਹੀ ਕਰਦਾ, ਨਾ ਮੈਂ ਜੋਤਿਸ਼ ਨੂੰ ਕੋਈ ਤਰਜੀਹ ਦਿੰਦਾ। ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਕਿ ਸਿੱਖਾ, ਜਿਸ ਦਿਨ ਤੇਰਾ ਦਿਨ ਜਪਜੀ ਸਾਹਿਬ ਜੀ ਦੇ ਪਾਠ ਤੋਂ ਬਿਨਾਂ ਸ਼ੁਰੂ ਹੋਵੇਗਾ, ਉਹ ਤੇਰੇ ਜੀਵਨ ਦਾ ਦਿਨ ਦੁੱਖਾਂ ਭਰਿਆ ਹੋਵੇ। ਤੇ ਇਹਦੇ ਉਲਟ ਮੰਨ ਲਓ ਫਿਰ ਜਿਹੜਾ ਜਪਜੀ ਸਾਹਿਬ ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦਿਆਂ, ਜਾਪ ਕਰਦਿਆਂ ਆਰੰਭ ਹੋਵੇਗਾ, ਉਸ ਦਿਨ ਸਾਰੀਆਂ ਹੀ ਖੁਸ਼ੀਆਂ ਝੋਲੀ ਵਿੱਚ ਪੈ ਜਾਣਗੀਆਂ। ਬੜਾ ਵਡਭਾਗ ਤੇ ਸੁਭਾਗ ਹੋਵੇਗਾ। ਸਿੱਖਾਂ ਨੇ ਕਿਹਾ ਮਹਾਰਾਜ ਸਾਡੇ ਵਾਸਤੇ ਬੜਾ ਔਖਾ ਹੈ, ਪਰ ਸਾਹਿਬ ਜੀ ਨੇ ਕਿਹਾ ਹੁਣ ਪਿਆਨਾ ਕਰਨਾ ਚਾਹੁੰਦੇ ਹਾਂ। ਚਿਤ ਜਿਮ ਕਹਿਤ ਸਕਲ ਹਮ ਠਾਨਾ। ਜਿਸ ਤਰ੍ਹਾਂ ਹੁਣ ਸਾਡਾ ਮਨ ਚਾਹ ਰਿਹਾ ਉਹ ਅਸੀਂ ਕੀਤਾ ਹੈ ਤੇ ਕਰਨ ਲੱਗੇ ਹਾਂ। ਸ੍ਰੀ ਹਰਿ ਗੋਬਿੰਦ ਸੰਗ ਮਲੀਜੈ। ਤੁਸੀਂ ਹੁਣ ਇੱਥੇ ਸਾਡਾ ਸਰੀਰ ਜਲ ਪ੍ਰਵਾਹ ਕਰਨ ਤੋਂ ਬਾਅਦ ਸ੍ਰੀ ਹਰਗੋਬਿੰਦ ਜੀ ਦੇ ਨਾਲ ਜਾ ਕੇ ਮਿਲਣਾ, ਜੋ ਸਾਡੇ ਫਰਜ਼ੰਦ ਹਨ, ਸਾਹਿਬਜ਼ਾਦੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਛੇਵੇਂ ਮਾਲਕ, ਉਹਨਾਂ ਨਾਲ ਜਾ ਕੇ ਮਿਲਣਾ। ਹਮ ਦਿਸ ਤੇ ਬਹੁ ਧੀਰਜ ਦੀਜੈ। ਸਾਡੇ ਵੱਲੋਂ ਉਹਨਾਂ ਨੂੰ ਸਾਡੀ ਜਿਹੜੀ ਧੀਰਜ ਹੈ ਉਹ ਦੱਸਣਾ। ਸਾਡਾ ਜਿਵੇਂ ਹੌਸਲਾ ਪ੍ਰਭੂ ਨੇ ਬਣਾਇਆ ਰੱਖਿਆ ਉਹ ਰੱਖਣਾ,
ਤੇ ਉਹਨਾਂ ਦਾ ਵੀ ਹੌਸਲਾ ਇਸ ਤਰ੍ਹਾਂ ਸਾਰਿਆਂ ਦਾ ਬਣਿਆ ਰਹੇ। ਉਹ ਹੌਸਲਾ ਅੱਗੇ ਸੰਗਤ ਨੂੰ ਦੇਵਣ। ਧੀਰਜ ਦੇਣ ਤੋਂ ਮੁਰਾਦ ਕਿਤੇ ਨਾ ਸਮਝਣਾ ਵੀ ਸ਼ਾਇਦ ਮਹਾਰਾਜ ਅਧੀਰ ਹੋ ਗਏ ਤੇ ਰੁਦਨ ਕਰ ਰਹੇ ਹਨ, ਐਸਾ ਨਹੀਂ। ਇਹ ਜੋ ਧੀਰਜ ਹੈ ਉਹ ਸਾਰੀ ਸੰਗਤ ਨੂੰ ਅੱਗੇ ਮਿਲੇ, ਕਿਉਂਕਿ ਗੁਰਸਿੱਖ ਰੁਦਨ ਕਰਨ ਲੱਗ ਪੈਂਦੇ ਹਨ। ਕਰਹੁ ਨ ਸੋਕ ਗੋਬਿੰਦ ਗੁਣ ਗਾਵੋ, ਤੇ ਸਾਰੇ ਕੋਈ ਸੋਗ ਨਾ ਕਰਨਾ। ਇਹ ਬੜੇ ਹੁਣ ਸੁਣ ਰਹੇ, ਨੇਤਰਾਂ 'ਚ ਜਲ ਆ ਜਾਂਦਾ, ਪਰ ਮਹਾਰਾਜ ਦੀ ਆਗਿਆ ਹੈ ਸੋਗ ਨਹੀਂ ਕਰਨਾ। ਅੰਤੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀ। ਤੇ ਇਹ ਵੀ ਕਿਹਾ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਇਸ ਢੰਗ ਦੇ ਨਾਲ ਆਖਿਆ, ਗੋਬਿੰਦ ਦੇ ਗੁਣ ਗਾਉਣੇ, ਭਾਵ ਕੀਰਤਨ ਗਾਉਣਾ। ਅਪਰ ਸਰਬ ਕੋ ਕਹੋ ਮਿਟਾਵੋ, ਔਰ ਇਸ ਤਰ੍ਹਾਂ ਨਾਲ ਹੋਰ ਵੀ ਸਾਰਿਆਂ ਦਾ ਸੋਗ ਮਿਟਾ ਦੇਣਾ। ਕੋਈ ਸੋਗ ਨਾ ਕਰੇ ਸਾਡੇ ਸਰੀਰ ਤਿਆਗਣ ਦਾ। ਸਾਯੁਧ ਹੋਏ ਤਖਤ ਪਰ ਰਾਜੋ, ਨਾਲੇ ਕਹਿਣਾ ਬਈ ਸਾਯੁਧ ਹੋਏ, ਸ਼ਸਤਰ ਧਾਰੀ ਹੋ ਕੇ ਤਖਤ ਤੇ ਬਿਰਾਜਣਾ ਹੈ। ਔਰ ਇਸ ਢੰਗ ਦੇ ਨਾਲ ਜਥਾ ਸਕਤ ਸੈਨਾ ਸੰਗ ਸਾਜੋ, ਤੇ ਸ੍ਰੀ ਹਰਗੋਬਿੰਦ ਜੀ ਨੂੰ ਕਹਿਣਾ ਬਈ ਜਿਤਨੀ ਹੋ ਸਕੇ ਸੈਨਾ ਨਾਲ ਰੱਖਣ, ਕਿਉਂਕਿ 5 ਜਾਮੇ ਹੋ ਗਏ ਨੇ, ਸ਼ਾਂਤੀ ਪੂਰਵਕ ਹੀ ਕੰਮ ਚੱਲਿਆ। ਗੁਰੂ ਨਾਨਕ ਦੇਵ ਜੀ ਨੇ ਸੰਗੀਤ ਦੀ ਰਾਹੀਂ, ਸ਼ਬਦ ਦੇ ਗਾਇਨ ਦੀ ਰਾਹੀਂ, ਮਹਾਨ ਦਾਰਸ਼ਨਿਕਤਾ ਦੀ ਰਾਹੀਂ ਜਗ੍ਹਾ ਜਗ੍ਹਾ ਸੰਦੇਸ਼ ਦਿੱਤਾ ਪਾਰ ਬ੍ਰਹਮ ਪਰਮੇਸ਼ਰ ਦੇ ਪਿਆਰ ਦਾ, ਸਤਿਕਾਰ ਦਾ, ਮਨੁੱਖੀ ਏਕਤਾ ਦਾ। ਪਰ ਬਾਬਰ ਨੇ ਉਹਨਾਂ ਨੂੰ ਵੀ ਚੱਕੀ ਪਿਸਵਾਈ ਹੈ, ਸੈਨਾ ਉਹਦੇ ਕੋਲ ਹੈਗੀ ਸੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਪਿੱਠ ਤੇ ਹਮਾਯੂ ਤਲਵਾਰ ਲੈ ਕੇ ਖੜਾ ਹੈ। ਇਸ ਤਰ੍ਹਾਂ ਮੈਂ ਅਰਜ਼ ਕਰਾਂ, ਬਾਰ ਬਾਰ ਸੁਲਭੀ ਖਾਨ, ਸੁਲਹੀ ਖਾਨ ਤੇ ਜਹਾਂਗੀਰ ਤਾਂ ਦੁਕਾਨੇ ਬਾਤਲ ਕਹਿੰਦਾ ਹੈ, ਸੱਚ ਦੇ ਵਪਾਰ ਨੂੰ, ਸੱਚ ਸੌਦੇ ਨੂੰ ਕਹਿੰਦਾ ਦੁਕਾਨੇ ਬਾਤਲ ਹੈ, ਝੂਠ ਦਾ ਸੌਦਾ ਹੈ। ਇਸ ਲਈ ਮੈਂ ਅਰਜ਼ ਕਰਾਂ, ਸਤਿਗੁਰੂ ਜੀ ਨੇ ਤਾਕੀਦ ਕੀਤੀ ਕਿ ਹੁਣ ਸੈਨਾ ਰੱਖਣੀ ਹੈ, ਹਥਿਆਰ ਬੰਦ ਹੋਣਾ, ਕਿਉਂਕਿ ਸ਼ਸਤਰਨ ਕੇ ਅਧੀਨ ਹੈ ਰਾਜ। ਸ਼ਸਤਰ ਧਾਰੀ ਹੋ ਕੇ ਸਿੰਘਾਸਣ ਤੇ ਬੈਠਣਾ ਹੈ ਤੇ ਸੈਨਾ ਰੱਖਣੀ ਹੈ। ਪ੍ਰਥਮ ਚੰਦੂ ਤੇ ਪਲਟਾ ਲੀਜੈ। ਔਰ ਇਸ ਤਰ੍ਹਾਂ ਦੇ ਨਾਲ ਵੀ ਕੁਝ ਲੋਕਾਂ ਨੇ ਲਿਖਿਆ ਬਈ ਮਹਾਰਾਜ ਨੇ ਕਿਹਾ ਬਈ ਦੀਵਾਨ ਚੰਦੂ ਕੋਲੋਂ ਬਦਲਾ ਲੈਣਾ, ਪਰ ਬਦਲੇ ਦੀ ਭਾਵਨਾ ਸਤਿਗੁਰੂ ਜੀ ਦੇ ਅੰਦਰ ਨਹੀਂ ਹੈ। ਹਾਂ, ਦੁਸ਼ਟ ਨੇ ਕਰਮ ਹੀ ਇਹੋ ਜਿਹਾ ਕੀਤਾ ਹੈ ਕਿ ਇਹਦੇ ਕਰਮਾਂ ਦਾ ਹੀ ਇਸ ਨੂੰ ਫਲ ਮਿਲਿਆ। ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਪੁਰਦ ਕਰ ਦਿੱਤਾ। ਬਿਧੀ ਚੰਦ ਆਦਿਕ ਨੇ ਇਹਨੂੰ ਨੱਥ ਪਾ ਲਈ, ਔਰ ਜਗ੍ਹਾ ਜਗ੍ਹਾ ਜਿਹੜਾ ਸੀ ਇਹਦੇ ਸਿਰ ਵਿੱਚ ਲੋਕਾਂ ਨੇ ਜੁੱਤੀਆਂ ਮਾਰੀਆਂ, ਤੇ ਉਹ ਪੜਪੂੰਡਾ ਜਿਹੜਾ ਕੜਸੇ ਭਰ ਭਰ ਰੇਤ ਦੇ ਪਵਾਏ ਸਨ ਜਿਹਦੇ ਕੋਲੋਂ, ਉਸੇ ਨੇ ਇਹਦੇ ਸਿਰ ਵਿੱਚ ਉਹੀ ਕੜਸਾ ਮਾਰਿਆ। ਇਹ ਇਹਦੇ ਕਰਮਾਂ ਦਾ ਫਲ ਹੈ। ਬਾਕੀ ਮਹਾਰਾਜ ਜੀ ਦੇ ਹਿਰਦੇ ਵਿੱਚ ਕੋਈ ਬਦਲਾ ਲੈਣ ਦੀ ਭਾਵਨਾ ਨਹੀਂ ਹੈ। ਹਤ ਹੁਕਮੋਤ ਮਹਾ ਦੁਖ ਦੀਜੈ। ਇਹ ਵੱਡਾ ਦੁੱਖ ਪਾ ਕੇ ਹੀ ਸੰਸਾਰ ਤੋਂ ਜਾਣਾ ਇਸ ਨੇ, ਕਿਉਂਕਿ ਜਿਹੋ ਜੇ ਕੋਈ ਕਰਮ ਕਰਦਾ ਹੈ ਉਹ ਜਿਹਾ ਫਲ ਉਹਦੀ ਝੋਲੀ 'ਚ ਪੈ ਜਾਂਦਾ ਹੈ। ਸ੍ਰੀ ਗੁਰ ਅਮਰਦਾਸ ਕੀ ਅੰਸ। ਆਖਿਆ ਬਾਬਾ ਬੁੱਢਾ ਜੀ ਦੀ ਅੰਸ਼, ਭਾਵ ਬਾਬਾ ਬੁੱਢਾ ਜੀ ਆਦਿਕ ਨਿਕਟ ਹਕਾਰੋ ਕੁਲ ਅਵਤੰਸ। ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਵੀ ਕੋਲ ਬੁਲਾਓ। ਪ੍ਰਥਮ ਰੀਤ ਕਰ ਲੀਜੈ ਟੀਕਾ। ਸਭ ਤੋਂ ਪਹਿਲਾਂ ਸ੍ਰੀ ਹਰਗੋਬਿੰਦ ਜੀ ਦੇ ਮਸਤਕ ਤੇ ਟਿੱਕਾ ਲਾਉਣਾ। ਦੇਖੋ 12 ਦਿਨ ਤੱਕ ਜਹਾਂਗੀਰ ਮਾਝੇ ਵਿੱਚ ਰਿਹਾ, ਤੇ ਉਹਨਾਂ 12 ਦਿਨਾਂ ਵਿੱਚ ਕੋਈ ਸ਼ਿਕਾਇਤ ਨਹੀਂ ਕਿਸੇ ਨੇ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਬਈ ਇਹਨਾਂ ਨੇ ਖੁਸਰੋ ਦੇ ਮੱਥੇ ਤੇ ਟਿੱਕਾ ਲਾਇਆ। ਟਿੱਕਾ ਲਾਉਣਾ ਸਿੱਖ ਰੀਤੀ ਨਹੀਂ ਹੈਗੀ, ਇਹ ਸਨਾਤਨੀ ਰੀਤ ਹੈ ਜੋ ਉਹਨਾਂ ਦੇ ਮੰਦਰਾਂ ਆਦਿਕ ਵਿੱਚ ਟਿੱਕਾ ਲੱਗਦਾ। ਉਸ ਦੀ ਕੋਈ ਨਿੰਦਾ ਨਹੀਂ, ਉਹਨਾਂ ਨੂੰ ਮੁਬਾਰਕ,
ਪਰ ਇਹ ਸਿੱਖ ਰੀਤ ਨਹੀਂ ਹੈ। ਇਹ ਟਿੱਕਾ ਲਾਉਣਾ ਇਹਨਾਂ ਨੇ ਆਪ ਜਾਣ ਕੇ ਬਣਾਇਆ। ਜਿਉਂ ਜਹਾਂਗੀਰ ਚੱਲਿਆ ਖੁਸਰੋ ਦਾ ਪਿੱਛਾ ਕਰਦਾ ਕਰਦਾ, ਇਹ ਥਾਨੇਸਰ ਦੇ ਇੱਕ ਪੀਰ ਨੇ ਉਸ ਨੂੰ ਅਸੀਸ ਦਿੱਤੀ ਸੀ, ਉਹਨੂੰ ਵੀ ਉਸਨੇ ਆਪਣੇ ਤੁਜ਼ਕੇ ਜਹਾਂਗੀਰੀ 'ਚ ਲਿਖਿਆ ਵੀ ਮੈਂ ਉਹਨੂੰ ਖਰਚ ਦੇ ਕੇ ਮੱਕੇ ਭੇਜ ਦਿੱਤਾ। ਇਸ ਤਰ੍ਹਾਂ ਜਿਨ੍ਹਾਂ ਨੇ ਹੋਰ ਖੁਸਰੋ ਦੀ ਮਦਦ ਕਰਨੀ ਚਾਹੀ, ਉਹਨਾਂ ਸਾਰਿਆਂ ਨੂੰ ਸਜ਼ਾਵਾਂ ਦਿੰਦਾ ਹੋਇਆ, ਤੇ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਸਨਮਾਨ ਦਿੰਦਾ ਹੋਇਆ ਸੁਲਤਾਨਪੁਰ ਆਦਿਕ ਪਹੁੰਚਿਆ। ਜਿਸ ਦਿਨ ਖੁਸਰੋ ਦਰਿਆ ਪਾਰ ਕੀਤਾ ਹੈ, ਉਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਇਤਿਹਾਸ ਪੜ੍ਹੀਏ ਤੇ ਉੱਥੇ ਹੈ ਨਹੀਂ ਸਨ। ਉਹ ਉਸ ਦਿਨ ਅੰਮ੍ਰਿਤਸਰ ਸਾਹਿਬ ਹੈ ਗਏ ਸਨ। ਮੈਂ ਅਰਜ਼ ਕਰਨਾ ਚਾਹੁੰਦਾ, ਜੇ ਕਿਧਰੇ ਕੋਈ ਐਸਾ ਹੁੰਦਾ, ਨਾਲੇ ਗੁਰੂ ਘਰ ਵਿੱਚ ਟਿੱਕਾ ਉਦੋਂ ਦਿੱਤਾ ਜਾਂਦਾ ਰਿਹਾ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੇ ਸੀ। ਬਿਨਾਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਤੋਂ ਕਿਸੇ ਨੂੰ ਟਿੱਕਾ ਦਿੱਤਾ ਹੋਵੇ, ਤਿਲਕ ਲਗਾਇਆ ਹੋਵੇ, ਇਹ ਕਦੀ ਇਤਿਹਾਸ ਵਿੱਚ ਨਹੀਂ ਆਇਆ। ਤੇ ਜੇ ਹੁੰਦਾ ਤੇ ਹੁਣ ਸਾਨੂੰ ਸਾਰਿਆਂ ਨੂੰ ਵੀ ਇੱਥੇ ਟਿੱਕਾ ਲੱਗਦਾ ਹੁੰਦਾ। ਇੱਥੇ ਟਿੱਕਾ ਨਾਮ ਦਾ ਹੈ। ਤਿੰਨ ਮੁਖ ਟਿੱਕੇ ਨਿਕਲੇ ਹੈ, ਜਿਨ ਮਨ ਸੱਚਾ ਨਾਉ। ਫਿਰ ਲੰਗਰ ਜੇ ਖਾਧਾ ਹੋਵੇਗਾ ਖੁਸਰੋ ਨੇ, ਤੇ ਗੁਰੂ ਕੇ ਲੰਗਰ ਦੀ ਤੇ ਮਰਿਆਦਾ ਕੋਈ ਵੀ ਆ ਕੇ ਖਾ ਸਕਦਾ। ਅੱਜ ਕੋਈ ਪਹਿਲੀ ਵਾਰੀ ਤਾਂ ਹੈ ਨਹੀਂ ਜੇ ਉਹ ਲੰਗਰ ਵਿੱਚ ਆਇਆ ਵੀ ਹੋਵੇ, ਉਹਨੇ ਲੰਗਰ ਮੰਗਿਆ ਵੀ ਹੋਵੇ। ਇਸ ਤੋਂ ਪਹਿਲਾਂ ਸਵਯੰ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰ ਵਿੱਚ ਜ਼ਮੀਨ ਤੇ ਬੈਠ ਕੇ ਤੇ ਲੰਗਰ ਛਕ ਚੁੱਕਿਆ, ਕੋਈ ਨਵੀਂ ਗੱਲ ਥੋੜ੍ਹੀ। ਇਹ ਗੁਰੂ ਘਰ ਦੀ ਮਰਿਆਦਾ ਆਦਿ ਕਾਲ ਤੋਂ ਹੈ। ਪਰ ਜਦ ਇਹਨਾਂ ਦੋਖੀਆਂ ਨੇ ਦੇਖਿਆ, ਸ਼ੇਖ ਅਹਿਮਦ ਸਰਹੰਦੀ ਵਰਗਿਆਂ, ਦੀਵਾਨ ਚੰਦੂ ਵਰਗਿਆਂ, ਜਦ ਦੇਖਿਆ ਬਈ ਹੁਣ ਜਹਾਂਗੀਰ ਦਾ ਮਨ ਗੁੱਸੇ ਵਿੱਚ ਹੈਗਾ, ਖੁਸਰੋ ਨੂੰ ਲੈ ਕੇ ਵਿਰੋਧ ਵਿੱਚ ਹੈਗਾ ਤੇ ਲੋਕਾਂ ਨੂੰ ਸਜ਼ਾਵਾਂ ਦੇ ਰਿਹਾ, ਤਾਂ ਇਹਨਾਂ ਨੇ ਝੂਠੀ ਬਣਤ ਬਣਾਈ ਬਈ ਅਸੀਂ ਕਿਉਂ ਨਾ ਇਸ ਮੌਕੇ ਦਾ ਲਾਭ ਉਠਾਈਏ ਤੇ ਗੁਰੂ ਅਰਜਨ ਦੇਵ ਜੀ ਨੂੰ ਕਤਲ ਕਰਵਾ ਦੇ। ਮਹਾਰਾਜ ਦਾ ਕੋਈ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਹੈਗਾ। ਇਹ ਸਿਰਫ ਊਜਾਂ ਲਾ ਕੇ, ਚੁਗਲੀਆਂ ਕਰਕੇ ਇਹਨਾਂ ਨੇ ਜਹਾਂਗੀਰ ਦੇ ਮਨ ਵਿੱਚ, ਉਸਨੇ ਵੀ ਕੋਈ ਦੇਖਿਆ ਨਹੀਂ, ਸੁਣੀ ਸੁਣਾਈ ਉਹ ਗੱਲ ਕਰਦਾ ਕਿ ਦਰਿਆ ਬਿਆਸ ਦੇ ਕਿਨਾਰੇ ਹਿੰਦੂ ਗੁਰੂ ਤੇ ਸ਼ੇਖ ਲਿਬਾਸ ਵਿੱਚ ਰਹਿੰਦਾ। ਗੁਰੂ ਅਰਜਨ ਦੇਵ ਜੀ ਦੇ ਬਾਰੇ ਮੈਂ ਚਿਰ ਤੋਂ ਉਹਦੇ ਬਾਰੇ ਸੁਣਦਾ ਆਇਆ। ਇਹਦਾ ਮਤਲਬ ਆਪ ਉਸ ਨੂੰ ਨਹੀਂ ਪਤਾ। ਉਹਦੇ ਜਿਵੇਂ ਕੰਨ ਭਰੇ ਗਏ, ਸੁਣੀ ਸੁਣਾਈ ਗੱਲ ਜੋ ਝੂਠੀ ਸੀ, ਉਸ 'ਤੇ ਉਸਨੇ ਸਜ਼ਾ ਜਿਹੜੀ ਸੀ ਉਹ ਐਲਾਨ ਕਰ ਦਿੱਤੀ ਤੇ ਦੀਵਾਨ ਚੰਦੂ ਨੂੰ ਦੇ ਦਿੱਤਾ। ਆਖਿਆ ਲੈ ਜੋ ਮਰਜ਼ੀ ਕਰ ਲੈ। ਇਹ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਨੇ, ਭਾਵੇਂ ਇਹ ਆਪ ਵੀ ਮੁਤੱਸਬੀ ਹੈ, ਕੱਟੜ ਸ਼ਰਈ ਹੈ ਤੇ ਮੁੱਲਾ ਮੁਲਾਣਿਆਂ ਦੇ ਆਖੇ ਲੱਗਦਾ ਹੈ, ਪਰ ਜ਼ਿਆਦਾਤਰ ਜਿਹੜੇ ਅੱਗੇ ਮੁਰਤਜ਼ਾ ਖਾਨ ਵਰਗੇ ਨੇ, ਸ਼ੇਖ ਫਤਿਹ ਵਰਗੇ ਨੇ, ਇਹਨਾਂ ਨੇ ਜ਼ਿਆਦਾ ਸਾਜ਼ਿਸ਼ਾਂ ਰਚ ਕੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੋਹ ਤੱਕ ਪਹੁੰਚਾਇਆ। ਔਰ ਇਸ ਢੰਗ ਨਾਲ ਜਹਾਂਗੀਰ ਨੇ ਉਹਨਾਂ ਦੇ ਕਤਲ ਦਾ ਹੁਕਮ ਦਿੱਤਾ ਤੇ ਸਾਰੀ ਜਾਇਦਾਦ ਪ੍ਰਾਪਰਟੀ ਸਾਰੀ ਜ਼ਬਤ ਕਰਨ ਦਾ ਹੁਕਮ ਦਿੱਤਾ। ਪ੍ਰਥਮ ਰੀਤ ਕਰ ਲਈ ਜਹ ਟਿੱਕਾ। ਇਹ ਟਿੱਕਾ ਕਰਨ ਦੀ ਰੀਤ ਉਦੋਂ ਹੀ ਹੁੰਦੀ ਹੈ ਜਦੋਂ 10 ਜਾਮਿਆਂ 'ਚੋਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੇ 9 ਜਾਮੇ ਹੋਏ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ, ਉਹਨਾਂ ਨੂੰ ਸਤਿਗੁਰੂ ਆਪ ਟਿੱਕਾ ਲਾਉਂਦੇ ਰਹੇ ਗੁਰਤਾ ਗੱਦੀ। ਇਹ ਬੋਲ ਮਹਾਰਾਜ ਜੀ ਨੇ ਇਹਨਾਂ 5 ਹੀ ਸਿੱਖਾਂ ਨੂੰ ਆਖੇ ਹਨ। ਸਕਲ ਬੜਨ ਸੰਗ ਕਹਿ ਬਚਨੀਕਾ। ਬਾਬਾ ਬੁੱਢਾ ਜੀ ਨੂੰ ਬੁਲਾਓ, ਉਹਨਾਂ ਦੇ ਵੰਸ਼ਜ ਆਉਣ ਤੇ ਜਿਵੇਂ ਆਦਿ ਕਾਲ ਤੋਂ ਟਿੱਕਾ ਲਾਉਂਦੇ ਰਹੇ ਨੇ, ਇਸ ਤਰ੍ਹਾਂ ਟਿੱਕਾ ਗੁਰਤਾ ਗੱਦੀ ਦਾ ਲਾਉਣ ਔਰ ਇਸ ਤਰ੍ਹਾਂ ਵੱਡਿਆਂ ਨਾਲ ਸੋਹਣੇ ਬਚਨ ਕਰਨ। ਪ੍ਰਿਤ ਆਦਿਕ ਸਿੱਖਨ ਸਨਮਾਨੋ। ਬਾਬਾ ਬੁੱਢਾ ਤੇ ਉਹਨਾਂ ਵਰਗੇ ਹੋਰ ਉਹਨਾਂ ਦੇ ਪਰਿਵਾਰ ਦੇ ਤੇ ਉਹਨਾਂ ਵਰਗੇ ਹੋਰ ਸੰਗਤ ਦੇ ਗੁਰਸਿੱਖ, ਉਹਨਾਂ ਸਾਰਿਆਂ ਦਾ ਸਨਮਾਨ ਕਰੋ। ਇਹ ਮਹਾਰਾਜ ਜੀ ਨੇ ਆਖਿਆ ਹੈ। ਪੂਰਾ ਗੁਰਨ ਕੀ ਰੀਤ ਪ੍ਰਮਾਨੋ। ਜਿਵੇਂ ਪਹਿਲੇ ਪੂਰਬਲੇ ਗੁਰੂ ਜਾਮਿਆਂ ਦੀ ਰੀਤ ਚੱਲਦੀ ਆ ਰਹੀ ਹੈ,
ਉਸੇ ਤਰ੍ਹਾਂ ਉਹ ਸ਼੍ਰੋਮਣੀ ਰੀਤ ਨੂੰ ਨਈ ਰੀਤ ਇੱਕ ਰਣ ਕੀ ਕੀਜਹਿ। ਬਾਕੀ ਸਾਰੀ ਰਹਿਤ ਮਰਿਆਦਾ ਪਹਿਲੇ ਹੀ ਜੋ ਚਲਦੀ ਆ ਰਹੀ ਉਸ ਨੂੰ ਭਲੀ ਤਰ੍ਹਾਂ ਮੰਨ ਲੈਣਾ, ਪ੍ਰਵਾਨ ਕਰ ਲੈਣਾ, ਤੇ ਨਵੀਂ ਰੀਤ ਜਿਹੜੀ ਇੱਕ ਹੋਰ ਅੱਗੋਂ ਕਰਨੀ ਹੈ, ਮੈਦਾਨੇ ਜੰਗ ਦੀ ਕਰਨੀ। ਕਿਉਂਕਿ ਅੰਮ੍ਰਿਤ ਦਾ ਬਾਟਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਜਦ 1699 ਵਿੱਚ ਅੰਮ੍ਰਿਤ ਦਾ ਬਾਟਾ ਆਪਣੇ ਖੰਡੇ 'ਚੋਂ ਪ੍ਰਗਟ ਕੀਤਾ ਤੇ ਫਿਰ ਬਾਟੇ ਦੇ ਵਿੱਚ ਖੰਡਾ ਨਾਲ ਰੱਖਿਆ। ਖੰਡਾ ਸ਼ਸਤਰ ਹੈਗਾ, ਖੰਡੇ ਨਾਲ ਅੰਮ੍ਰਿਤ ਛਕਾਇਆ ਤੇ ਜਾ ਨਹੀਂ ਸਕਦਾ। ਆਹ ਅੰਮ੍ਰਿਤ ਤੇ ਉਹਨਾਂ ਨੇ ਆਪਣੇ ਮੁਬਾਰਕ ਚੁਲਿਆਂ ਨਾਲ, ਹੱਥਾਂ ਨਾਲ ਛਕਾਇਆ। ਫਿਰ ਖੰਡਾ ਕਿਉਂ ਵਿੱਚ ਰੱਖਿਆ? ਖੰਡਾ ਇਸ ਲਈ ਰੱਖਿਆ ਕਿ ਇਸ ਅੰਮ੍ਰਿਤ ਦੇ ਬਾਟੇ ਦੀ ਰਾਖੀ ਹੋ ਸਕੇ, ਕੋਈ ਜਹਾਂਗੀਰ ਲੋਹੇ ਤੇ ਲੋਹ ਤੇ ਨਾ ਬਿਠਾ ਦੇ। ਇਸ ਕਰਕੇ ਮਹਾਰਾਜ ਜੀ ਨੇ ਸ਼ਸਤਰ ਦਿੱਤਾ, ਪਰ ਉਹ ਵੀ ਅੰਮ੍ਰਿਤ ਵਿੱਚ ਡੋਬ ਕੇ ਆਪਣੇ ਸੁਭਾਅ ਮੁਤਾਬਕ ਮਿੱਠਾ ਕਰਕੇ ਦਿੱਤਾ ਹੈ। ਅਪਰ ਪ੍ਰਥਮ ਸਮਗਤੀ ਚਲੀ ਜਹ। ਬਸ ਇੱਕ ਸੈਨਾ ਰੱਖਣੀ ਹੈ, ਸ਼ਸਤਰ ਧਾਰੀ ਹੋਣਾ ਹੈ। ਬਾਕੀ ਗੁਰੂ ਘਰ ਦੀ ਮਰਿਆਦਾ ਸਾਰੀ ਆਦ ਕਾਲ ਵਾਲੀ ਚੱਲਦੀ ਰਹੇਗੀ। ਤਾਹਾ ਦੇਹ ਨਹਿ ਕਰਹੁ ਹਮਾਰੀ। ਤੇ ਸਾਡਾ ਸਰੀਰ ਕਿਤੇ ਇੱਥੋਂ ਸੰਸਕਾਰ ਕਰਨ ਵਾਸਤੇ ਨਾ ਲੈ ਜਾਣਾ। ਦੇਹ ਪ੍ਰਵਾਹ ਇਸ ਸਲਤਾ ਬਾਰੀ। ਐਸੇ ਹੀ ਜਲ ਵਿੱਚ ਸਾਡਾ ਸਰੀਰ ਜਿਹੜਾ ਹੈ ਉਹ ਇਹਦਾ ਅੰਤਮ ਸੰਸਕਾਰ ਹੋ ਜਾਏਗਾ, ਪ੍ਰਵਾਹਿਤ ਹੋ ਜਾਏਗਾ। ਦਰਸ਼ਨ ਹਮਰੋ ਇਹ ਦਰਿਆ। ਇਹ ਦਰਿਆ ਵਿੱਚੋਂ ਹੀ ਸਾਡੇ ਦਰਸ਼ਨ ਹੁੰਦੇ ਰਹਿਣ। ਭਾਵ ਜੋ ਇੱਥੇ ਆਏਗਾ, ਜੋ ਡੇਰਾ ਸਾਹਿਬ ਅਸਥਾਨ ਬਣਿਆ ਹੋਇਆ, ਦਾਸ ਦਰਸ਼ਨ ਕਰਕੇ ਆਏ। ਅੱਜ ਵੀ ਜਦ ਉੱਥੇ ਜਾਈਦਾ, ਨਾਲ ਹੀ ਲਾਹੌਰ ਦੇ ਕਿਲੇ ਵਿੱਚ ਮਹਾਰਾਜੇ ਰਣਜੀਤ ਸਿੰਘ ਜੀ ਦੀ ਸਮਾਧੀ ਬਣੀ ਹੋਈ, ਨਾਲ ਹੀ ਬਿਲਕੁਲ ਵਿੱਚ ਸਿਰਫ ਦੀਵਾਰ ਹੈ, ਕੋਈ ਫਾਸਲਾ ਨਹੀਂ। ਤੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸਥਾਨ ਹੈ, ਜਿੱਥੇ ਉਹਨਾਂ ਨੂੰ ਲੋਹ ਤੇ ਬਿਠਾਇਆ ਗਿਆ। ਉਸ ਵੇਲੇ ਮੈਂ ਅਰਜ਼ ਕਰਾਂ, ਮਹਾਰਾਜ ਨੇ ਕਿਹਾ ਇੱਥੇ ਹੀ ਸਾਡਾ ਦੀਦਾਰ ਹੈ। ਭਾਵ ਅਸੀਂ ਜਾਣਾ ਨਹੀਂ ਕਿਤੇ, ਸਦਾ ਆਪਣੇ ਗੁਰੂ ਪੰਥ ਵਿੱਚ ਰਹਿਣਾ ਹੈ। ਉੱਤਰ ਦਿਸ ਸਿਰ ਦੱਛਣ ਪਾਉ। ਔਰ ਇਸ ਤਰ੍ਹਾਂ ਦੇ ਨਾਲ ਇਹ ਉੱਤਰ ਵੱਲੋਂ ਦਰਿਆ ਆ ਰਿਹਾ ਹੈ ਤੇ ਦੱਖਣ ਵੱਲ ਨੂੰ ਜਾ ਰਿਹਾ। ਉਹਦਾ ਬਹਾਵ ਜਿਹੜਾ ਹੈ ਉਸ ਵਿੱਚ ਸਾਡੇ ਸਰੀਰ ਨੂੰ ਪ੍ਰਵਾਹਿਤ ਕਰ ਦਿਓ। ਏ ਕਰ ਭਾਬੀ ਤਬ ਚਲ ਆਇਓ। ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਇਹ ਬੋਲ ਆਖੇ ਹਨ। ਹਾਂਜੀ, ਭਇਓ ਵਿਵਾਨ ਹੋ ਤੋ ਅਸਮਾਨ। ਇਸ ਤਰ੍ਹਾਂ ਦੇ ਨਾਲ ਫਿਰ ਆਸਮਾਨ ਵਿੱਚ ਵਿਵਾਨ ਦਿਖਾਈ ਪਿਆ। ਵਿਵਾਨ ਜਿਸ ਵਿੱਚ ਬੈਠ ਕੇ ਜਾਣਾ ਹੈ। ਸਮਾਂ ਆਇਆ ਹੈ, ਮੌਤ ਸੇਵਕ ਦੀ ਤਰ੍ਹਾਂ ਵਿਵਾਨ ਲੈ ਕੇ ਆਈ ਹੈ। ਹਾਂਜੀ, ਪਸਰੀ ਜਹ ਕਹਿ ਜੋਤ ਮਹਾਨ। ਤੇ ਸਾਰੇ ਆਕਾਸ਼ ਵਿੱਚ ਇੱਕ ਵਿਸ਼ੇਸ਼ ਪ੍ਰਕਾਸ਼ ਹੋ ਗਿਆ, ਇੱਕ ਵਿਸ਼ੇਸ਼ ਰੋਸ਼ਨੀ ਦਿਖਾਈ ਪਈ ਹੈ। ਗੋਰਖਨਾਥ ਲਿਏ ਗਣ ਚੇਲਾ। ਗੋਰਖ ਆਦਿਕ ਜੋ ਸਿੱਧ ਜਨ ਸਨ, ਉਹ ਵੀ ਮਾਨੋ ਆਪਣੇ ਚੇਲਿਆਂ ਨਾਲ ਹਾਜ਼ਰ ਹੋਇਆ ਹੈ। ਪੀਰ ਅਜਮਤੀ ਮੇਲ ਸਕੇਲਾ। ਆਸਮਾਨ ਵਿੱਚ ਕਈ ਤਰ੍ਹਾਂ ਦੀਆਂ ਰੌਸ਼ਨੀਆਂ ਦਿਖਾਈ ਪੈ ਰਹੀ, ਜਿਵੇਂ ਸਾਰਾ ਬੈਕੁੰਠ ਧਾਮ, ਵੱਖ-ਵੱਖ ਦੇਵਪੁਰੀ ਦੀਆਂ ਦੇਵ ਆਤਮਾਵਾਂ, ਪੀਰ ਤੇ ਹੋਰ ਆਦਿਕ ਆਏ ਹਨ। ਗੁਪਤ ਆਏ ਸਭ ਮੰਗਲ ਕਰ ਹੈ। ਜਿਤਨੀਆਂ ਗੁਪਤ ਸ਼ਕਤੀਆਂ ਨੇ ਸਾਰੀਆਂ ਆਈਆਂ ਹਨ ਤੇ ਗੁਰੂ ਅਰਜਨ ਦੇਵ ਜੀ ਦਾ ਮੰਗਲਾਚਰਨ ਕਰ ਰਹੀਆਂ ਹਨ, ਲੈਣ ਵਾਸਤੇ ਆਈਆਂ ਹਨ। ਪਰਵਾਰਤ ਚੋਂ ਦਿਸ ਮੈਂ ਥਿਰ ਹੈ। ਮਹਾਰਾਜ ਜੀ ਦੇ ਚਾਰੋਂ ਪਾਸੇ ਰੋਸ਼ਨੀ ਹੀ ਰੋਸ਼ਨੀ ਦਿਖਾਈ ਪੈ ਰਹੀ ਹੈ। ਮਹਾਰਾਜ ਆਪ ਖੁਦ ਪ੍ਰਕਾਸ਼ ਪੁੰਜ ਹਨ। ਸਤਿਗੁਰ ਚਰਤ ਕਹਿ ਕੋ ਸੁਨੈ। ਕੋਈ ਆਪਸ ਵਿੱਚ ਮਹਾਰਾਜ ਜੀ ਦੇ ਕੌਤਕ ਕਹਿ ਰਿਹਾ, ਕੋਈ ਸੁਣ ਰਿਹਾ। ਸਤਿਗੁਰੂ ਜੀ ਦੀਆਂ ਵਡਿਆਈਆਂ ਹੋ ਰਹੀਆਂ ਹਨ। ਵਿਸਮਤ ਹੋਏ ਕਰ ਉਰ ਮਹਿ ਗੁਨੈ। ਇਹ ਸਾਰੇ ਵਿਸਮਾਦਤ ਹੋਏ ਹਨ ਤੇ ਹਿਰਦੇ ਵਿੱਚ ਮਹਾਰਾਜ ਜੀ ਦੇ ਗੁਣਾਂ ਨੂੰ ਮਹਿਸੂਸ ਕਰਦੇ ਹਨ। ਇਨ ਸਮ ਧੀਰਜ ਧਰਨੀ ਮਾਹੇ। ਤੇ ਨਾਲੇ ਕਹਿੰਦੇ ਹਨ ਕਿ ਇਹਨਾਂ ਵਰਗੀ ਧੀਰਜ ਵਾਲਾ
ਅੱਜ ਤੱਕ ਇਸ ਧਰਤੀ ਉੱਪਰ ਜਗ ਮਹਿ ਅਪਰ ਵਿਚਰੀਐ ਕਾਹੇ। ਤੇ ਹੋਰ ਜਗਤ ਵਿੱਚ ਕੋਈ ਬਰਾਬਰ ਵਿਚਾਰ ਕੀਤੀ ਨਹੀਂ ਜਾ ਸਕਦੀ। ਭਾਵੇਂ ਕਿਧਰੇ ਵੀ ਭਰਮਣ ਕਰੀਏ, ਇਸ ਤਰ੍ਹਾਂ ਦੀ ਧੀਰਜ ਵਾਲਾ ਕੋਈ ਨਹੀਂ ਮਿਲਦਾ। ਅਜਰ ਜਰਨ ਕੀ ਅਵਧ ਦਿਖਾਈ। ਜੋ ਨਹੀਂ ਜਰਿਆ ਜਾ ਸਕਦਾ, ਉਹ ਮਹਾਨ ਅਜ਼ਰ ਵਸਤੂ ਨੂੰ ਜਰਨਾ, ਅਜ਼ਰ ਕਸ਼ਟ ਨੂੰ ਜਰਨਾ, ਉਸ ਦੀ ਹੱਦ ਸੀਮਾ ਪ੍ਰਗਟ ਕੀਤੀ ਹੈ। ਅਛ ਤੇ ਸਕਤ ਅਤ ਦੁਖ ਅਤ ਪਾਈ। ਸਾਰੀਆਂ ਸ਼ਕਤੀਆਂ ਦੇ ਹੁੰਦਿਆਂ ਹੋਇਆਂ ਇਤਨਾ ਵੱਡਾ ਕਸ਼ਟ ਆਪਣੇ ਸਰੀਰ ਤੇ ਸਹਿ ਲੈ, ਇਹ ਮਹਾਰਾਜ ਜੀ ਨੇ ਹੀ ਪ੍ਰਗਟ ਕੀਤਾ ਹੈ। ਨਹ ਸੰਕਲਪ ਰਿਦੇ ਵਹਿ ਕੀਨਾ। ਆਪਣੇ ਹਿਰਦੇ ਵਿੱਚ ਵਿਚਾਰ ਤੱਕ ਨਹੀਂ ਲਿਆਂਦਾ ਕਿਸ ਗੱਲ ਦਾ। ਦੋਖੀ ਕੋਹ ਕਰਵੇ ਸੁਖ ਹੀਨਾ। ਜਿਹੜਾ ਦੁਖੀ ਹੈ, ਜਿਹਨੇ ਵੀ ਇਹਨਾਂ ਦੇ ਦੁਖੀ ਹਨ ਵੀ ਉਹਨਾਂ ਨੂੰ ਸੁਖ ਤੋਂ ਹੀਣ ਕਰ ਦੇਣ, ਉਹਨਾਂ ਦੇ ਸੁੱਖਾਂ ਦਾ ਨਾਸ਼ ਕਰ ਦੇਣ, ਜਾਂ ਕੋਈ ਸ਼ਰਾਪ ਦੇ ਦੇਵਣ, ਇਸ ਤਰ੍ਹਾਂ ਦਾ ਤਾਂ ਸੰਕਲਪ ਵੀ ਮਹਾਰਾਜ ਦੇ ਮਨ ਵਿੱਚ ਨਹੀਂ ਆਇਆ। ਭਾਈ ਸਾਹਿਬ ਜੀ ਆਪ ਹੀ ਇਸ ਗੱਲ ਦਾ ਖੁਲਾਸਾ ਕਰਦੇ। ਇਸ ਲਈ ਬਦਲੇ ਦੀ ਕੋਈ ਗੱਲ ਉਹਨਾਂ ਦੇ ਹਿਰਦੇ 'ਚ ਆਈ ਹੋਵੇ, ਐਸਾ ਨਹੀਂ ਮੰਨਿਆ ਜਾ ਸਕਦਾ। ਇਨ ਕੀ ਉਪਮਾ ਇਨਹੂ ਬਨੈ। ਇਹਨਾਂ ਦੀ ਵਡਿਆਈ ਇਹ ਆਪ ਹੀ ਹਨ, ਇਹਨਾਂ ਦੀ ਮਿਸਾਲ ਇਹ ਆਪ ਹੀ ਹਨ। ਸਹੀ ਸਜਾਏ ਨਾ ਆਨੀ ਮਨੈ। ਔਰ ਸਾਰੀਆਂ ਸਜਾਵਾਂ ਆਪਣੇ ਤਨ ਤੇ ਇਹਨਾਂ ਨੇ ਸਹਿਨ ਕੀਤੀਆਂ ਹਨ, ਹੰਡਾਈਆਂ ਹਨ। ਆਸਰਣ ਅਵਨੀ ਪਰ ਕੀਨਾ। ਔਰ ਇਸ ਤਰ੍ਹਾਂ ਦੇ ਨਾਲ ਜ਼ਮੀਨ ਤੇ ਜਿਹੜਾ ਹੈ ਵਿਛਾਉਣਾ ਹੋਇਆ ਹੈ। ਵਿਸ ਚਾਦਰਾ ਉਪਰ ਲੀਨਾ। ਸਫੈਦ ਚਾਦਰਾ ਮਹਾਰਾਜ ਜੀ ਨੇ ਉੱਪਰ ਲਿਆ ਹੋਇਆ ਹੈ। ਓਟ ਗਏ ਅਛਾਦਿਓ ਬਦਨ। ਇਸ ਤਰ੍ਹਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਚਾਦਰਾ ਉੱਪਰ ਸਫੈਦ ਲਿਆ, ਉਸ ਨਾਲ ਆਪਣਾ ਬਦਨ ਢੱਕਿਆ ਹੈ। ਗਮਨ ਕਰਨ ਬੈਕੁੰਠ ਨਿਜ ਸਦਨ। ਆਪਣੇ ਮਹਿਲ ਬੈਕੁੰਠ ਸੱਚਖੰਡ ਧਾਮ ਜਿਹੜਾ ਹੈ, ਸੱਚਖੰਡ ਵਸੈ ਨਿਰੰਕਾਰ, ਉੱਥੇ ਜਾਣ ਲਈ ਤਿਆਰੀ ਹੈ। ਤਿਆਗ ਦੇਹ ਜਬ ਚੜੇ ਬਿਮਾਨਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਪਲ ਦੇ ਵੀ 100ਵੇਂ ਹਿੱਸੇ ਵਿੱਚ ਆਪਣਾ ਸਰੀਰ ਤਿਆਗ ਦਿੱਤਾ। ਜਿਵੇਂ ਕੋਈ ਬਹੁਤ ਤਾਕਤਵਰ ਹਸਤੀ ਇੱਕ ਫੁੱਲ ਚੁੱਕ ਕੇ ਕਿਤੇ ਰੱਖ ਦਿੰਦਾ, ਇਸ ਤਰ੍ਹਾਂ ਉਹਨਾਂ ਨੇ ਝਟਪਟ ਆਪਣਾ ਸਰੀਰ ਤਿਆਗਿਆ ਤੇ ਵਿਮਾਨ ਤੇ ਸਵਾਰ ਹੋਏ। ਹਨੇ ਡੰਕ ਸੁਰ ਬ੍ਰਿੰਦ ਨਿਸ਼ਾਨਾ। ਤੇ ਸਾਰੇ ਦੇਵੀ ਪੁਰਸ਼ਾਂ ਨੇ, ਦੇਵੀ ਆਤਮਾਵਾਂ ਨੇ ਨਗਾਰੇ ਵਜਾਏ ਮਹਾਰਾਜ ਜੀ ਦੀ ਮਹਿਮਾ ਦੇ। ਮੰਜੁਲ ਫੂਲਣ ਅੰਜੁਲ ਡਾਰ। ਇਸ ਤਰ੍ਹਾਂ ਬੁੱਕਾਂ ਭਰ ਭਰ ਕੇ ਦੇਵਲੋਕ ਦੇ ਫੁੱਲ ਆਦਿਕ ਉਹਨਾਂ ਨੇ ਮਹਾਰਾਜ ਜੀ ਦੇ ਵਿਵਾਨ ਤੇ ਛਿੜਕਣੇ ਸ਼ੁਰੂ ਕੀਤੇ। ਜੈ ਜੈ ਏਕੋ ਬਾਰ ਉਚਾਰ। ਸਾਰੇ ਗੁਰੂ ਅਰਜਨ ਦੇਵ ਮਹਾਰਾਜ ਦੀ ਜੈ ਜੈਕਾਰ ਕਰ ਰਹੇ। ਉਹਨਾਂ ਦੇ ਕੰਠ ਤੋਂ ਗੁਰੂ ਅਰਜਨ ਦੇਵ ਦੀ ਜੈਕਾਰ ਧੁਨੀ ਸੁਣ ਰਹੀ। ਆਪਾਂ ਵੀ ਉਸ ਵਿੱਚ ਸ਼ਾਮਿਲ ਹੋਈਏ ਤੇ ਆਖੀਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਵਾਰ ਆਰਤੀ ਪੁੰਜ ਉਤਾਰ ਹੈ। ਔਰ ਇਸ ਤਰ੍ਹਾਂ ਦੇਵੀ ਆਤਮਾਵਾਂ ਮਹਾਰਾਜ ਜੀ ਦਾ ਸਨਮਾਨ ਕਰਦਿਆਂ ਆਰਤੀ ਉਤਾਰ ਰਹੀਆਂ ਹਨ। ਧੂਪ ਤੁਖਾਬ ਸੁਗੰਧ ਬਿਥਾਰ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਧੂਪ ਧੁਖੀ ਹੋਈ ਹੈ, ਚਾਰੋਂ ਪਾਸੇ ਸੁਗੰਧੀ ਨਾਲ ਮਾਹੌਲ ਮੁਅੱਤਰ ਹੈ। ਅਤ ਉਤ ਸਭ ਕੋ ਸਗਰੇ ਧਾਰ ਹੈ। ਤੇ ਸਾਰੇ ਦੇਵ ਲੋਕ ਤੱਕ ਮਹਾਰਾਜ ਜੀ ਦੀ ਜੈ ਜੈਕਾਰ ਦਾ ਉਤਸਵ ਚੱਲ ਰਿਹਾ ਹੈ। ਨਮਸਕਾਰ ਕਰ ਬੰਦ ਦਿਖਾਰ ਹੈ। ਸਾਰੀਆਂ ਗੈਬੀ ਸ਼ਕਤੀਆਂ ਨਮਸਕਾਰ ਕਰ ਰਹੀਆਂ ਤੇ ਉਹਨਾਂ ਦੇ ਹੱਥ ਜੁੜੇ ਹੋਏ ਹਨ। ਭਇਓ ਆਕਾਸ਼ ਅਰਨ ਕੀ ਬਰਣਾ। ਔਰ ਇਸ ਤਰ੍ਹਾਂ ਨਾਲ ਸਾਰਾ ਆਕਾਸ਼ ਵੀ ਸੁਰਖ ਰੰਗ ਦਾ ਹੋ ਗਿਆ ਹੈ। ਵਿਖਤ ਲੋਕ ਅਚਰਜ ਉਰ ਕਰਣਾ। ਤੇ ਵੇਖਣ ਵਾਲੇ ਦੇਖਦੇ ਹਨ ਬਈ ਆਸਮਾਨ ਦਾ ਰੰਗ ਲਾਲ ਹੋਇਆ,
ਉਹ ਲਾਲ ਰੰਗ ਸਤਿਗੁਰੂ ਜੀ ਦੇ ਪ੍ਰੇਮ ਦਾ। ਕੁਝ ਸੱਜਣਾ ਨੇ ਐਸਾ ਵੀ ਲਿਖਿਆ ਬਈ ਆਸਮਾਨ ਨੇ ਸੋਗ ਕੀਤਾ ਹੈ, ਜਦ ਮਹਾਰਾਜ ਆਪ ਹੀ ਸੋਗ ਨਹੀਂ ਕਰ ਰਹੇ ਤੇ ਸਾਰੇ ਸਿੱਖਾਂ ਨੂੰ ਸੋਗ ਕਰਨ ਤੋਂ ਰੋਕਦੇ ਹਨ, ਫਿਰ ਹੋਰ ਕਿਸੇ ਸੋਗ ਦੀ ਗੱਲ ਨਹੀਂ ਕੀਤੀ ਜਾ ਸਕਦੀ। ਇਹ ਗੁਰੂ ਦੇ ਪ੍ਰੇਮ ਰੰਗਣ ਕਰਕੇ ਆਸਮਾਨ ਲਾਲ ਰੰਗ ਦਾ ਹੋਇਆ ਹੈ। ਸਿੱਖ ਕੀ ਸੁਤਾ ਜਾਨ ਤਬ ਗਈ। ਜਿਹੜੀ ਚੰਦੂ ਦੀ ਨੂੰਹ ਹੈਗੀ ਹੈ, ਕਿਸੇ ਸਿੱਖ ਦੀ ਬੱਚੀ, ਉਹ ਰਿਸ਼ਤਾ ਹੋਇਆ ਸੀ, ਉਹਦਾ ਸਿੱਖ ਦਾ ਨਾਮ ਵਗੈਰਾ ਤਾਂ ਭਾਈ ਸਾਹਿਬ ਨੇ ਨਹੀਂ ਲਿਖਿਆ। ਉਸ ਨੂੰ ਵੀ ਪਤਾ ਚੱਲ ਗਿਆ ਵੀ ਮਹਾਰਾਜ ਨੇ ਸਰੀਰ ਤਿਆਗ ਦਿੱਤਾ ਹੈ। ਤ੍ਰਿਣ ਸਮ ਤਨ ਪਰ ਹਰ ਸੰਗ ਭਈ। ਔਰ ਇਸ ਤਰ੍ਹਾਂ ਦੇ ਨਾਲ ਤ੍ਰਿਣ ਸਮ ਤਨ ਪਰ ਹਰ ਸੰਗ ਭਈ, ਉਹਨੇ ਵੀ ਇੱਕ ਤਿਨਕੇ ਵਾਂਗੂ ਸਰੀਰ ਤਿਆਗ ਦਿੱਤਾ ਤੇ ਮਹਾਰਾਜ ਜੀ ਦੇ ਨਾਲ ਹੀ ਪਿਆਨਾ ਕਰ ਗਈ ਹੈ। ਘਰ ਮਹਿ ਪਰੀ ਨਾ ਕਿਨਹੂ ਜਾਣੀ। ਉਹਨਾਂ ਦੇ ਘਰ ਵਿੱਚ ਹਾਲੇ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਹੈ। ਭਾਈ ਗੁਰੂ ਸੰਗ ਭਾਗ ਮਹਾਨੀ। ਵਡਭਾਗਣ ਇਸ ਤਰ੍ਹਾਂ ਆਪਣਾ ਸਰੀਰ ਤਿਆਗ ਕੇ ਮਹਾਰਾਜ ਜੀ ਦੇ ਨਾਲ ਹੀ ਚਲੀ ਗਈ ਹੈ। ਤੁਰਤ ਗੁਰੂ ਕੋ ਚਲਿਓ ਬਿਬਾਨਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਵਿਮਾਨ ਹੈ ਉਹ ਚੱਲ ਪਿਆ ਹੈ। ਗਨ ਦੇਵਨ ਕੋ ਸੰਗ ਪਿਆਨਾ। ਤੇ ਬਹੁਤ ਸਾਰੀਆਂ ਪੁਰਾਣੇ ਯੁੱਗਾਂ ਦੀਆਂ ਬੰਦਗੀ ਵਾਲੀਆਂ ਆਤਮਾਵਾਂ ਜਿਹੜੀਆਂ ਦਰਗਾਹ ਵਿੱਚ ਸਥਿਤ ਸਨ, ਤਿੱਥੈ ਭਗਤ ਵਸੈ ਕੇ ਲੋਹ, ਕਰੇ ਆਨੰਦ ਸੱਚਾ ਮਨ ਸੋਏ, ਉਹ ਸਾਰੀਆਂ ਦੈਵੀ ਸ਼ਕਤੀਆਂ ਭਗਤ ਆਤਮਾਵਾਂ ਮਹਾਰਾਜ ਨੂੰ ਲੈਣ ਵਾਸਤੇ ਆਈਆਂ ਹੋਈਆਂ ਹਨ, ਨਾਲ ਚੱਲ ਰਹੀਆਂ ਹਨ। ਰਾਗਨ ਰਾਜ ਅਪਸਰਾ ਨਾਚੈ। ਔਰ ਇਸ ਤਰ੍ਹਾਂ ਦੇ ਨਾਲ ਰਾਗਨ ਰਾਜ ਅਪਸਰਾ ਨਾਚੈ, ਭਾਵ ਰਾਗ ਰਤਨ ਪਰਵਾਰ ਭਰੀਆਂ ਤਮਾਮ ਰਾਗ ਦੀਆਂ ਧੁਨਾਂ ਇਹ ਦੇਵੀ ਆਤਮਾਵਾਂ ਉਠਾ ਰਹੀਆਂ ਹਨ। ਅਨਹਤ ਨਾਤ ਵੱਜ ਰਿਹਾ ਹੈ। ਚਲ ਹੈ ਅਗਾਰੀ ਕੋਤਕ ਮਾਛੈ। ਔਰ ਇਸ ਤਰ੍ਹਾਂ ਦੇ ਨਾਲ ਸਾਰਾ ਅੱਗੇ ਪਾਰ ਬ੍ਰਹਮ ਪਰਮੇਸ਼ਰ ਰੂਪ ਪਰਮੇਸ਼ਰ ਜੋਤ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਕਰਦਿਆਂ ਹੋਇਆ ਕੁਝ ਦੇਵੀ ਸ਼ਕਤੀਆਂ ਅੱਗੇ ਅੱਗੇ ਚੱਲ ਰਹੀਆਂ ਨੇ, ਕੁਝ ਨਾਲ ਚੱਲ ਰਹੀਆਂ, ਕੁਝ ਪਿੱਛੇ ਚੱਲ ਰਹੀਆਂ ਹਨ। ਜਹ ਲਗ ਜਿਸ ਕੀ ਸਕਤ ਪਿਆਨਨ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਕਹਿੰਦੇ ਨੇ ਉਹ ਕਿਸ ਦੀ ਸ਼ਕਤੀ ਹੈ, ਜਿੱਥੇ ਜਿੱਥੇ ਜਿਸ ਦੀ ਸ਼ਕਤੀ ਹੈ, ਜਿਸ ਦਾ ਲੋਕ ਹੈ, ਉਹ ਉੱਥੋਂ ਤੱਕ ਨਾਲ ਜਾ ਰਿਹਾ ਹੈ। ਬੋਹਰ ਥਿਰੈ ਪਿਖ ਕਰ ਉਚਾਨਨ। ਔਰ ਬੋਹਰ ਥਿਰੈ ਪਿਖ ਕਰ ਉਚਾਨਨ। ਫਿਰ ਅੱਗੇ ਜਿੱਥੇ ਜਿੱਥੇ ਜਿਸ ਦਾ ਲੋਕ ਹੈ, ਸੀਮਾ ਹੈ, ਉੱਥੋਂ ਤੱਕ ਨਾਲ ਚੱਲਦੇ ਤੇ ਅਗਲੀਆਂ ਸ਼ਕਤੀਆਂ ਅੱਗੇ ਉਹ ਵਿਮਾਨ ਉਠਾ ਲੈਂਦੀਆਂ ਹਨ। ਗੋਰਖ ਆਦ ਪੀਰ ਸਭ ਮੂਰੇ। ਸਾਰੇ ਗੋਰਖ ਆਦਿਕ ਜਿਹੜੇ ਪੀਰ ਨੇ ਵਾਪਸ ਆ ਗਏ ਹਨ। ਬੰਦਨ ਕਰ ਕਰ ਨਿਜ ਥਲ ਥੀਰੇ। ਇਹ ਸਾਰੇ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰਾਂ ਕਰ ਕਰਕੇ ਭੂਲੋਕ ਤੇ ਆ ਗਏ ਹਨ। ਪ੍ਰਿੰਦ ਆਦਿਕ ਬੰਧਨ ਇੰਦਰ ਆਦਿਕ ਬੰਧਨ ਧਾਰੀ। ਦੇਵਤਿਆਂ ਦੇ ਸਰਮੌਰ ਦੇਵਤੇ ਇੰਦਰ ਆਦਿਕ ਦੇਵੀ ਦੇਵਤਿਆਂ ਨਾਲ, ਦੇਵੀ ਸ਼ਕਤੀਆਂ ਨਾਲ ਉਹ ਵੀ ਬੰਦਨਾ ਕਰ ਰਹੇ। ਭਾਵ ਕੋਈ ਐਸੀ ਦੇਵੀ ਸ਼ਕਤੀ ਨਹੀਂ ਹੈ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਮਸਕਾਰ ਨਾ ਕਰ ਰਹੀ ਹੋ, ਉਹਨਾਂ ਦੀ ਵਡਿਆਈ ਨੂੰ ਧਾਰਨ ਨਾ ਕਰ ਰਹੀ ਹੋਵੇ। ਹਟੇ ਸੰਗ ਗੁਰ ਚਲੇ ਅਗਾਰੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਨੂੰ ਪਿਆਨਾ ਕਰ ਗਏ ਹਨ। ਬ੍ਰਹਮ ਲੋਕ ਲਗ ਬ੍ਰਹਮਾ ਸਾਥ। ਬ੍ਰਹਮ ਲੋਕ ਤੱਕ ਬ੍ਰਹਮਾ ਨਾਲ ਜਾ ਰਿਹਾ ਹੈ। ਹੁਣ ਆਗੇ ਗਮਨੇ ਗੁਰਨਾਥ। ਗੁਰੂ ਮਾਲਕ ਫਿਰ ਇਸ ਤਰ੍ਹਾਂ ਅੱਗੇ ਚਲੇ ਗਏ, ਭਾਵ ਬ੍ਰਹਮ ਲੋਕ, ਸ਼ਿਵ ਲੋਕ, ਵਿਸ਼ਨੂੰ ਲੋਕ, ਇਹ ਸਾਰੇ ਪਾਰ ਬ੍ਰਹਮ ਤੋਂ ਥੱਲੇ ਹੀ ਹੈਗੇ ਹਨ। ਆਪਣੇ ਸਦਨ ਬਿਕੁੰਠ ਪਹੁੰਚੇ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਮਹਿਲ ਬੈਕੁੰਠ ਨਗਰ ਜਹਾਂ ਸੰਤ ਵਾਸਾ, ਪਾਰ ਬ੍ਰਹਮ ਪਰਮੇਸ਼ਰ ਆਪਣੇ ਘਰ ਪਹੁੰਚੇ ਹਨ। ਸਰਬ ਲੋਕ ਤੇ ਅਹਜ ਊਚੇ। ਜੋ ਸਾਰੀਆਂ ਦੇਵੀ ਸ਼ਕਤੀਆਂ ਤੋਂ ਉੱਚਾ ਹੈ, ਜਿਹਦੇ ਚਰਨਾਂ ਵਿੱਚ ਇੰਤਹਾਈ ਸ਼ਕਤੀਆਂ ਨਿਵਾਸ ਕਰਦੀਆਂ ਹਨ। ਕੇਤਕ ਦਿਨ ਸੁਰਗਨ ਬਚ ਕਹੈ। ਔਰ ਇਸ ਤਰ੍ਹਾਂ ਦੇ ਨਾਲ ਕੇਤਕ ਦਿਨ ਸੁਰਗਨ ਬਚ ਕਹੈ,
ਦੇਵ ਲੋਕ ਵਿੱਚ ਕਈ ਦਿਨਾਂ ਤੱਕ ਮਹਿਮਾ ਚੱਲਦੀ ਰਹੀ, ਅੱਜ ਵੀ ਚੱਲ ਰਹੀ ਹੈ। ਸਤਿਗੁਰ ਚਰਤ ਸੋ ਅਚਰਜ ਹੈ, ਸਤਿਗੁਰੂ ਜੀ ਦੇ ਖੇਲ ਅਚਰਜ ਹਨ। ਜਿਨ ਸਮਾਨਤਾ ਕਰ ਹੈ ਕੋਏ ਨਾ, ਉਹਨਾਂ ਦੀ ਸਮਾਨਤਾ ਕੋਈ ਕਰ ਹੀ ਨਹੀਂ ਸਕਦਾ। ਨਾ ਇੰਦਰ, ਨਾ ਫਨਿੰਦਰ, ਨਾ ਕੋਈ ਹੋਰ, ਨਾ ਬ੍ਰਹਮਾ, ਨਾ ਸ਼ਿਵ ਜੀ, ਨਾ ਵਿਸ਼ਨੂੰ, ਕੋਈ ਵੀ ਪਾਰ ਬ੍ਰਹਮ ਪਰਮੇਸ਼ਰ ਦੀ, ਗੁਰੂ ਜੋਤ ਗੁਰੂ ਅਰਜਨ ਦੇਵ ਜੀ ਦੀ ਸਮਾਨਤਾ ਨਹੀਂ ਕਰ ਸਕਦਾ। ਭੂਤ ਨ ਪਇਓ ਭਵਿਖਿਅਤ ਹੋਏ ਨਾ, ਨਾ ਪਹਿਲਾਂ ਕਦੀ ਹੋਇਆ ਹੈ ਤੇ ਨਾ ਗੁਰੂ ਅਰਜਨ ਦੇਵ ਜੀ ਵਰਗਾ ਅੱਗੇ ਕੋਈ ਹੋਵੇਗਾ। ਭਾਵ ਗੁਰੂ ਜੋਤ ਵਰਗਾ ਹੋਰ ਕੋਈ ਪੀਰ, ਪੈਗੰਬਰ, ਔਲੀਆ, ਕੋਈ ਦੇਵੀ ਸ਼ਕਤੀ ਨਹੀਂ ਹੋਈ ਜਿਤਨੀ ਵੱਡੀ ਬਲ ਸਮਰੱਥਾ ਲੈ ਕੇ ਮਹਾਰਾਜ ਆਏ ਹਨ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਤੋਂ ਪਿਆਨਾ ਕੀਤਾ। ਫਿਰ ਅਗਲੀ ਕਥਾ ਜਿਹੜੀ ਹੈ ਜੋ ਲੜੀਵਾਰ ਚੱਲ ਰਹੀ ਸੀ, ਉਹ ਸਾਰੀ ਆਪ ਜੀ ਨਾਲ ਕੱਲ ਤੋਂ ਸਾਂਝੀ ਕੀਤੀ ਜਾਏਗੀ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 414 ਸਾਲਾ ਸ਼ਹੀਦੀ ਦਿਹਾੜਾ ਸਾਰੇ ਸੰਸਾਰ ਤੇ ਘਰ ਘਰ ਵਿੱਚ ਮਨਾਇਆ ਗਿਆ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰਦੇ ਬਣ। ਸਤਿਗੁਰੂ ਬਾਣੀ ਰੂਪ ਵਿੱਚ ਸਦਾ ਹੀ ਸਾਡੇ ਕੋਲ ਮੌਜੂਦ ਨੇ, ਗਏ ਕਿਧਰੇ ਨਹੀਂ। ਇਹ ਸਰੀਰ ਤਾਂ ਜਿਵੇਂ ਸਾਹਿਬ ਜੀ ਦੇ ਬੋਲ ਨੇ, ਇੱਕ ਠੀਕਰ ਦੀ ਤਰ੍ਹਾਂ ਹੈ, ਇਹ ਸਭ ਦਾ ਜਾਂਦਾ ਹੈ। ਜਾਣ ਦਾ ਬਹਾਨਾ ਕੋਈ ਵੀ ਬਣ ਸਕਦਾ ਹੈ। ਸਤਿਗੁਰੂ ਜੀ ਦੇ ਤਾਂ ਆਪਣੇ ਕੌਤਕ ਹਨ, ਪਰ ਸਤਿਗੁਰੂ ਬਾਣੀ ਰੂਪ ਵਿੱਚ ਸਦਾ ਹੀ ਸਾਡੇ ਕੋਲ ਮੌਜੂਦ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗ। ਗੁਣੇ ਹੋ ਹੋਰ ਨਾਹੀ ਕੋਏ, ਤੇ ਗੁਰੂ ਵਰਗਾ ਨਾ ਕੋ ਹੋਆ ਨਾ ਕੋ ਹੋਏ। ਇਸ ਲਈ ਸੋਗ ਵਿੱਚ ਕੋਈ ਸਿੱਖ ਨਹੀਂ ਜਾਂਦਾ। ਗੁਰੂ ਪ੍ਰੇਮ ਵਿੱਚ ਕਈ ਵਾਰੀ ਅੱਖਾਂ ਵਿੱਚ ਆਂਸੂ ਆ ਜਾਂਦੇ ਨੇ, ਉਹ ਸਿੱਖ ਦਾ ਪ੍ਰੇਮ ਹੈਗਾ ਹੈ। ਪਰ ਜੇ ਇਸ ਨੂੰ ਕਹੀਏ ਵੀ ਰੋਦਨ ਹੈ, ਸੋਗ ਹੈ, ਇਹ ਖਾਮ ਖਿਆਲੀ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਵਣ। ਆਓ ਸਾਰੇ ਮਿਲ ਕੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦਿਆਂ ਹੋਇਆਂ 2 ਮਿੰਟ ਬਾਕੀ ਹਨ, ਵਾਹਿਗੁਰੂ ਮੰਤਰ ਦਾ ਜਾਪ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਦਰੇ ਹਰ